ਅੱਛਾ ਸ਼ਾਹਦ ਭਾਈ, ਲੋਕ ਕਹਿੰਦੇ ਨੇ ਕਿ 25 ਕਿਲੋ ਜਿਹੜਾ ਨਾ ਦੁੱਧ ਮੱਝਾਂ ਨਹੀਂ ਕਰਦੀਆਂ, ਤੁਹਾਡਾ ਕੀ ਖਿਆਲ ਹੈ? ਮੇਰਾ ਖਿਆਲ ਹੈ ਵੀ ਮੈਂ ਝੋਟੀ ਕੋ ਖਲੋਤਾ ਹਾਂ, ਮੈਂ 25 ਕਿਲੋ ਦੁੱਧ ਦੇ ਦੁੱਧ ਨਾਲ ਮਿਣ ਕੇ ਕੁੱਪੀ ਉਹਦੇ ਨਾਲ ਗੜਵੀ ਨਾਲ ਮਿਣ ਕੇ ਦਿਆਂਗਾ। ਅੱਛਾ ਜੀ, ਦੋਵਾਂ ਟਾਈਮਾਂ ਦਾ। ਯਾਨੀ ਤੁਹਾਡਾ ਦਾਅਵਾ ਹੈ ਕਿ ਇਹ ਮੱਝ ਬੱਚੇ ਸਮੇਤ, ਅੱਛਾ ਖਾਲੀ ਨਹੀਂ, ਬੱਚਾ ਇਹਦਾ ਜਿਹੜਾ ਹੋਏ ਉਹਦੇ ਸਮੇਤ 25 ਕਿਲੋ ਦੁੱਧ ਇਹਦਾ। ਯਾਨੀ ਬੱਚਾ ਵੀ ਪੀਏਗਾ ਤੇ ਦੁੱਧ ਵੀ ਤੁਸੀਂ ਚੋਵੋਗੇ? ਜੀ, ਬੱਚੇ ਸਮੇਤ 25 ਕਿਲੋ ਦੁੱਧ ਦਿਆਂਗੇ। ਅੱਛਾ। ਸਾਰਾ ਚੋਲਾਂਗੇ ਨਾ, ਬੱਚੇ ਨੂੰ ਨਾ ਚੰਗਾਓ, ਥੋੜਾ ਬਹੁਤਾ ਮੂੰਹ ਮਰਵਾ ਲਓ ਬਸ, ਸਾਰਾ ਚੋਲੋ 25 ਕਿਲੋ। ਸਹੀ ਹੋ ਕੋਨਾ ਕ ਆਪਣਾ ਅੰਦਾਜ਼ਾ ਲਾ ਲਈਦਾ ਕਿ 2 ਕਿਲੋ ਛੱਡ ਛੜੋ, ਇਹਨਾਂ ਕਿਲੋ ਇਹਨ ਪੀ ਲਿਆ, 2 ਛੱਡ ਲਓ 3 ਛੱਡ ਲਓ, ਇੰਨਾ ਸਾਨੂੰ ਪਤਾ। ਯਾਨੀ ਕਿ ਇਹ ਗੱਲ ਦਰੁਸਤ ਹੈ ਕਿ 25 ਕਿਲੋ ਤੱਕ ਵੀ ਮੱਝਾਂ ਦੁੱਧ ਦਿੰਦੀਆਂ ਜੀ ਨੇ? ਇਨਸ਼ਾਅੱਲਾ ਦਿੰਦੀਆਂ ਨੇ, ਸੇਵਾ ਨਾਲ। ਮਾਸ਼ਾਅੱਲਾ ਕਿਹੜੀ ਨਸਲ ਦੀ ਜੀ? ਸੇਵਾ ਨਾਲ। ਜੀ ਜੀ ਬਿਲਕੁਲ। ਇਹ ਝੋਟੇ ਲੀਲੀ ਚੋਂ ਆਏ ਜੀ। अस्सलाम वालेकुम। ਵਾਲੇਕੁਮ ਸਲਾਮ ਜੀ। भाईजान की नाम है ਤੁਹਾਡਾ? ਸ਼ਾਹਦ ਅਲੀ। ਸ਼ਾਹ ਸਾਹਿਬ ਕਿਹੜਾ ਪਿੰਡ ਹੈ? ਰੁੜਕੀ ਬਾਜਵਾ। ਰੁੜਕੀ ਬਾਜਵਾ। ਹਾਂਜੀ। ਤੇ ਮਾਸ਼ਾਅੱਲਾ ਕਿੰਨੀ ਦੇਰ ਤੋਂ ਤੁਸੀਂ ਜਾਨਵਰਾਂ ਦਾ ਕੰਮ ਕਰ ਰਹੇ ਹੋ? ਇਹ 3 ਸਾਲ ਤੋਂ। ਉਸ ਤੋਂ ਪਹਿਲੇ ਕੀ ਕਰਦੇ ਹੋ? ਉਸ ਤੋਂ ਪਹਿਲੇ ਕੰਮ ਕਰਦੇ ਕਾਹਦਾ? ਸਰਜੀਕਲ ਦਾ। ਕੀ ਗੱਲ ਹੈ ਸਰਜੀਕਲ ਦਾ ਕੰਮ ਛੱਡ ਕੇ ਤੇ ਤੁਸੀਂ ਇਸ ਪਾਸੇ ਆ ਗਏ? ਉਹ ਕੰਮ ਨਹੀਂ ਸੀ ਬਈ ਆਪਣੇ ਮਤਬਲ ਦਾ, ਤੇ ਇਹ ਅੱਛਾ ਕੰਮ ਸੀ। ਤੁਸੀਂ 3 ਸਾਲਾਂ ਚ ਇਸ ਕੰਮ ਦੇ ਮੁਤਮਿਨ ਹੋ? ਹਾਂਜੀ, ਨਾਲੇ ਅਸੀਂ ਜ਼ਿਮੀਂਦਾਰ ਆ, ਇਹ ਸਾਡਾ ਸ਼ੋਭਾ ਹੈ, ਇਹ ਸਾਨੂੰ ਜੱਜਦਾ। ਠੀਕ ਹੋ ਗਿਆ। ਤੇ ਸਰਜੀਕਲ ਦੇ ਵੀ ਤੁਸੀਂ ਕਾਰੀਗਰ ਹੋ? ਜੀ, ਗੈਸ ਵੈਲ ਦਾ ਕਾਰੀਗਰ ਹਾਂ। ਠੀਕ ਹੋ ਗਿਆ। ਤੇ ਇਸ ਕੰਮ ਨੂੰ ਤੁਸੀਂ ਕਿਹਦਾ ਪਾਇਆ, ਕੀ ਕਹੋਗੇ ਇਸ ਕੰਮ ਦੇ ਬਾਰੇ ਚ? ਬਹੁਤ ਅੱਛਾ। ਮਾਸ਼ਾਅੱਲਾ ਕਿੰਨੇ ਡੰਗਰਾਂ ਤੋਂ ਕੰਮ ਸ਼ੁਰੂ ਕੀਤਾ ਸੀ 3 ਸਾਲ ਪਹਿਲੇ? ਇਹ ਮੈਂ 3 ਤੋਂ ਸ਼ੁਰੂ ਕੀਤਾ ਹੈ, ਤੇ ਹੁਣ ਮਾਸ਼ਾਅੱਲਾ ਕੋਈ 7 8 10 8 ਕੁ ਮਈਆਂ ਜੇ, ਅੱਛਾ। ਤੇ ਕੋਈ 2 ਗਾਈਆਂ ਨੇ, 2 ਵੈੜੀਆਂ ਨੇ, ਕੋਈ ਜਾਜੂ ਨੇ ਵਿੱਚ। ਇਹ ਮਾਸ਼ਾਅੱਲਾ ਟੋਟਲ ਕਿੰਨੇ ਹੋ ਗਏ? ਇਹ ਕੋਈ ਛੋਟੇ ਮੋਟੇ ਕੋਈ 20 25 ਬਣ ਜਾਂਦੇ ਨੇ ਸਾਰੇ। ਸਹੀ ਹੈ। ਯਾਨੀ 3 ਸਾਲ ਪਹਿਲੇ 3 ਜਾਨਵਰਾਂ ਤੋਂ ਸ਼ੁਰੂ ਕਰਕੇ ਜੀ ਜੀ, ਤੇ 3 ਸਾਲਾਂ ਬਾਅਦ ਤੁਸੀਂ ਮਾਸ਼ਾਅੱਲਾ 5 ਜਾਨਵਰਾਂ ਦੇ ਮਾਲਕ ਹੋ ਗਏ। ਹਾਂਜੀ ਬਿਲਕੁਲ ਆ। ਕੀ ਇਸ ਕਾਰੋਬਾਰ ਤੋਂ ਤੁਸੀਂ ਬਣਾਇਆ ਹੈ? ਇਹਦੇ ਤੋਂ ਕਾਰੋਬਾਰ ਤੋਂ ਹਜੇ ਤੇ ਇਹ ਕੋਈ ਮਕਾਨ ਸ਼ਿਕਾਰ ਵੀ ਬਣਾਏ ਨੇ। ਅੱਛਾ, ਮਕਾਨ ਵੀ ਬਣਾ ਲਏ? ਹਾਂਜੀ। ਫਿਰ ਇਹਦੇ ਤੋਂ ਬਾਅਦ ਢਾਰੇ ਸਾਰੇ ਵਿੱਚ ਤੇ ਨਾਲੋਂ ਨਾਲ ਸਿਲਸਿਲਾ ਚਲਾਉਂਦੇ ਰਹੇ ਆ। ਸਹੀ ਹੈ। ਹਾਂਜੀ। ਤੇ ਮਾਸ਼ਾਅੱਲਾ ਕਿੰਨਾ ਦੁੱਧ ਹੋ ਜਾਂਦਾ ਤੁਹਾਡਾ ਡੇਲੀ ਦਾ? ਦੁੱਧ 1.5 ਮਣ ਹੋ ਜਾਂਦਾ 2 ਟਾਈਮਾਂ ਦਾ। 1.5 ਫਿਰ ਜਦੋਂ ਤਾਜ਼ੀਆਂ ਹੁਣ ਉਦੋਂ 2 ਮਣ ਵੀ ਹੁੰਦਾ ਰਿਹਾ 2 ਟਾਈਮਾਂ ਦਾ। ਹੁਣ ਕੁਝ ਵਿੱਚ ਖਾਂਗੜੀਆਂ ਨੇ? ਹਾਂਜੀ, ਵਿੱਚ ਹੁਣ ਖਾਂਗੜੀਆਂ। ਤੇ ਅੱਛਾ, ਇਸ ਟਾਈਮ ਤੁਹਾਡੇ ਡੇਰੇ ਦਾ ਜਿਹੜਾ ਵੀ ਉਹ 1.5 ਮਣ ਦੁੱਧ ਹੈ? ਜੀ ਜੀ, 2 ਟਾਈਮਾਂ ਦਾ? ਜੀ ਜੀ। ਤੇ ਕਿੰਨੇ ਦਾ ਵਿਕ ਜਾਂਦਾ ਹੈ? ਇਹ 80 ਰੁਪਏ ਕਿਲੋ ਜੇ ਇੱਥੇ ਲੈਂਦੇ ਜੇ, ਹਿਸਾਬ ਕਰ ਲਓ ਕਿੰਨੇ ਦਾ ਹੋ ਜਾਂਦਾ 1.5 ਮਣ। ਠੀਕ ਹੈ। ਅੱਛਾ, ਇਹ ਤੁਹਾਡਾ ਫਿਰ 5000 ਦਾ ਦੁੱਧ ਬਣਿਆ ਜਿਹੜਾ 1.5 ਮਣ ਤੁਸੀਂ ਦੱਸ ਰਹੇ ਹੋ? ਜੀ ਜੀ ਜੀ। ਤੇ 5000 ਲਗਭਗ ਤੁਹਾਨੂੰ ਜਿਹੜਾ ਮਿਲਦਾ ਡੇਲੀ ਦਾ, ਜੀ। ਉਹ ਤੁਹਾਡਾ ਖਰਚ ਕਿੰਨਾ ਆਉਂਦਾ ਇਹਨਾਂ ਤੇ? ਖਰਚਾ ਅੱਧਾ ਹੀ ਸਮਝ ਲਓ। ਅੱਛਾ, ਯਾਨੀ ਕਿ 2500 ਬਚ ਜਾਂਦਾ? ਹਾਂਜੀ, ਅੱਧਾ ਜਿਹੜਾ ਨਾ ਉਹ ਖਰਚਾ ਆ ਜਾਂਦਾ। ਸਹੀ ਹੈ। ਜੀ। ਕਿਸ ਮਦ ਚ ਖਰਚਾ ਆਉਂਦਾ, ਯਾਨੀ ਕੀ ਪਾਉਂਦੇ ਹੋ ਇਹਨਾਂ ਨੂੰ? ਇਹਨਾਂ ਨੂੰ ਵੱਡਾ ਹੀ ਪਾਈਦਾ ਵੇ। ਠੀਕ ਹੈ। ਚੋਕਰ, ਖਾਲ, ਕਰਾ, ਕੌੜੀ ਖਾਲ, ਹੂੰ। 3-4 ਫਿਰ ਵਿੱਚ ਕੋਈ ਮਸਾਲੇ ਮਸੂਲੇ ਵੀ ਵਿੱਚ ਦੇਈਦੇ ਨੇ, ਇਸ ਤਰ੍ਹਾਂ ਖਰਚਾ ਜਿਹੜਾ ਨਾ ਆ ਜਾਂਦਾ। ਆਪਣੀ ਦਿਹਾੜੀ ਵੀ ਪਾ ਕੇ? ਜੀ ਜੀ, ਦਿਹਾੜੀ ਪਾ। ਔਰ ਬਿਜਲੀ ਵਗੈਰਾ ਦਾ ਖਰਚ? ਹਾਂਜੀ। ਸਹੀ ਹੈ। ਤੇ ਕੀ ਸਮਝਦੇ ਹੋ ਕਿ ਸਭ ਤੋਂ ਅੱਛਾ ਵੰਡਾ ਤੁਹਾਡੀ ਨਜ਼ਰ 'ਚ ਕਿਹੜਾ ਹੈ? ਸਭ ਤੋਂ ਅੱਛਾ ਵੰਡਾ ਪਾਏ ਨੇ ਸਾਰੇ ਹੀ, ਤੇ ਕਰਾ ਸ਼ਰਾ ਵੀ ਅੱਛਾ ਹੈ, ਚੋਕਰ ਵੀ ਚਲੋ ਪਾਏ ਦਾ ਨਾਲ। ਹੂੰ। ਇਹ ਕੋਈ ਸਿੰਗਣੀ ਜਿਹਾ ਆਉਂਦਾ ਸੀ, ਉਹਦੇ ਸਿਆਲ 'ਚ ਪਾਏ ਦਾ, ਗਰਮੀ 'ਚ ਨਹੀਂ ਚੱਲਦਾ। ਸਹੀ ਹੈ, ਗੋਲੀ ਵੰਡਾ ਜਿਹਨੂੰ ਕਹਿੰਦੇ। ਹਾਂਜੀ, ਉਹ ਕਿਉਂਕਿ ਗਰਮ। ਸਹੀ ਹੈ। ਉਹ ਸਿਆਲ 'ਚ ਬੜਾ ਪਾਇਆ। ਠੀਕ ਹੈ, ਉਹਦੇ ਰਿਜ਼ਲਟ ਅੱਛਾ ਹੈ? ਹਾਂਜੀ, ਉਹਦਾ ਰਿਜ਼ਲਟ। ਅੱਛਾ, ਇਹ ਜਿਹੜਾ ਤੁਸੀਂ ਵੰਡਾ ਦੱਸਿਆ ਇਹ ਤੁਹਾਡੇ ਡੰਗਰਾਂ ਵਾਸਤੇ ਬੈਸਟ ਜਿਹੜਾ ਤੁਸੀਂ ਜੀ, ਜੀ। ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ? ਜੀ ਜੀ। ਤੇ ਪਰ ਡੰਗਰ ਤੁਹਾਡਾ ਕਿੰਨਾ ਆ ਜਾਂਦਾ ਹੈ ਵੰਡਾ? ਕਿੰਨੇ ਕਿਲੋ? ਇਹ ਹਿਸਾਬ ਦਾ ਡੰਗਰ ਦਾ ਹਿਸਾਬ ਹੈ, ਕਿਸੇ ਨੂੰ 5 ਕਿਲੋ ਟਾਈਮ ਦਾ ਵੀ ਲਾ ਲਈਦਾ, ਕਿਸੇ ਨੂੰ 3 ਕਿਲੋ ਵੀ ਲਾ ਲਈਦਾ, ਉਹ ਡੰਗਰ ਦੇ ਹਿਸਾਬ ਨਾਲ। ਸਹੀ ਹੈ। ਮਤਲਬ ਦੁੱਧ ਦੇ ਹਿਸਾਬ ਨਾਲ ਖਾਂਗੜੀਆਂ ਘੱਟ ਲੈ ਲਓ, ਤਾਜ਼ੀਆਂ ਨੂੰ ਵੱਧ ਪਾ ਲਓ। ਠੀਕ ਹੈ। ਵਜ਼ਨ ਦੇ ਹਿਸਾਬ ਨਾਲ ਵੀ ਕਿਸੇ ਨੂੰ ਬਹੁਤਾ ਪਾ ਲਓ, ਜਿਹਦਾ ਵਜ਼ਨ ਘੱਟ ਉਹਨੂੰ ਘੱਟ ਪਾ ਲਓ ਵੰਡਾ, ਇਸ ਹਿਸਾਬ ਨਾਲ ਚੱਲਦਾ। ਨਹੀਂ ਮਾਸ਼ਾਅੱਲਾ, ਤੁਸੀਂ ਬੜੀ ਜ਼ਬਰਦਸਤ ਟੈਕਨੀਕ ਲਾਈ ਹੈ। ਯਾਨੀ ਜਿਹੜੀ ਤੁਹਾਡੀ ਮੱਝ ਇਸ ਟਾਈਮ 10 ਕਿਲੋ ਦੁੱਧ ਦਿੰਦੀ ਹੈ, ਉਹਨੂੰ ਤੁਸੀਂ 5 ਕਿਲੋ ਪਾਉਂਦੇ ਹੋਵੋਗੇ, ਉਹ ਛੋਟਾ ਜਿਹੜਾ ਜਾਏ ਉਹਨੂੰ ਕਿਲੋ 1.5 ਹੀ ਪਾਉਂਦੇ ਹੋਵੋਗੇ। ਠੀਕ ਹੋ ਗਿਆ। ਜ਼ਾਹਿਰ ਦੀ ਕਪੈਸਿਟੀ ਹੈ ਨਹੀਂ? ਜੀ ਜੀ ਬਿਲਕੁਲ। ਜਿਹੜੇ ਨਵੇਂ ਬੰਦੇ ਇਸ ਕਾਰੋਬਾਰ 'ਚ ਆਉਣਾ ਚਾਹੁੰਦੇ ਨੇ, ਜੀ, ਤੁਸੀਂ ਤੇ ਚੂੰਕਿ 3 ਸਾਲ ਦਾ ਤਜਰਬਾ ਕਰ ਚੁੱਕੇ ਹੋ, ਜੀ, ਸੱਚੀ ਤੇ ਖਰੀ ਗੱਲ ਕਰਨੀ ਜੇ ਕਿ ਨਵਾਂ ਬੰਦਾ ਜਿਹੜਾ ਕਿਸੇ ਪਾਸੇ ਰੋਜ਼ਗਾਰ ਬਿਹਤਰ ਨਹੀਂ, ਉਹ ਅਗਰ ਇਸ ਕਾਰੋਬਾਰ 'ਚ ਆਏ ਤਾਂ ਉਹਨੂੰ ਆਉਣਾ ਚਾਹੀਦਾ ਕਿ ਨਹੀਂ? ਜੀ ਬਿਲਕੁਲ ਆਉਣਾ ਚਾਹੀਦਾ। ਔਰ ਉਹ ਕਿਸ ਤਰ੍ਹਾਂ, ਉਹ ਕਿੰਨੇ ਡੰਗਰ ਲੈ ਕੇ ਆਏ? ਜੀ। ਆਪਣੀ ਸਹੀਅਤ ਦੇ ਮੁਤਾਬਕ ਹੀ ਉਹਨਾਂ ਲੈਣੇ ਨਾ। ਜੇ ਉਹ 2 ਡੰਗਰ ਲੈ ਸਕਦਾ 2 ਲੈ, ਜੇ 4 ਲੈ ਸਕਦਾ 4 ਲੈ ਸ਼ੁਰੂ ਤੋਂ, ਫਿਰ ਆਸਤਾ ਆਸਤਾ ਵਧਾਉਂਦਾ ਜਾਏ ਤੇ ਮਾਸ਼ਾਅੱਲਾ ਠੀਕ ਹੈ। ਤੁਸੀਂ 3 ਡੰਗਰਾਂ ਤੋਂ ਸ਼ੁਰੂ ਕੀਤਾ? ਜੀ, ਮੈਂ 3 ਡੰਗਰਾਂ ਤੋਂ ਸ਼ੁਰੂ ਕੀਤਾ ਸੀ। 3 ਡੰਗਰ ਮੇਰੇ ਕੋਲ ਪਹਿਲਾਂ ਮੈਂ ਲਏ ਸਨ, ਉਹਨਾਂ ਤੋਂ ਫਿਰ ਮਾਸ਼ਾਅੱਲਾ ਵਾਧਾ 1 ਸਾਲ ਬਾਅਦ, 5-6 ਮਹੀਨਿਆਂ ਬਾਅਦ ਜਾਂ 2 ਮਹੀਨਿਆਂ ਬਾਅਦ ਇੱਕ ਲੈਣ ਦੀ ਹੈ, ਫਿਰ ਮਤਲਬ ਦੁੱਧ ਦੇ ਪੈਸੇ ਬਣੇ ਨੇ, ਫਿਰ ਇੱਕ ਲੈਣ ਦੀ ਹੈ। ਇਸ ਤਰ੍ਹਾਂ ਹੀ ਫਿਰ ਮੈਂ ਵਧਾਉਂਦਿਆਂ ਮੱਝਾਂ ਕਿਹੜੀਆਂ ਲੈਣੀ ਚਾਹੀਦੀਆਂ ਨੇ? ਖਾਂਗੜੀਆਂ ਲਵੇ ਨਵਾਂ ਬੰਦਾ ਜਾਂ ਲਹਿਰੀਆਂ ਲਵੇ? ਨਹੀਂ, ਉਹ ਐ ਵੀ ਇੱਕ ਅੱਧੀ ਖਾਂਗੜੀ ਲੀਲੇ ਲੈ ਰਹੀ ਤੇ ਵਿੱਚ ਖਾਂਗੜੀਆਂ ਵੀ ਰੱਖ ਲੈ। ਖਾਂਗੜੀਆਂ ਵੀ ਜ਼ਾਹਿਰ ਦੁੱਧ ਦਿੰਦੀਆਂ ਨੇ ਥੋੜਾ ਬਹੁਤ? ਖਾਂਗੜੀਆਂ ਰੱਖ ਲੈ, ਉਹਨਾਂ 'ਚ ਵੀ ਫਾਇਦਾ, ਬੜਾ ਫਾਇਦਾ। ਸਹੀ ਹੈ। ਅੱਗੋਂ ਗੱਬਣਾ ਹੋਣ ਜੀ ਜੀ, ਤੇ ਉਹ ਵੇਖ ਕੇ ਤੇ ਖਾਂਗੜੀ ਤੇ ਗੱਬਣ ਹੋਏ ਕੋਈ 3-4 ਮਹੀਨੇ ਉਹ ਲੈ ਲੈਣ।
ਅੱਛਾ, ਤੁਸੀਂ ਦੱਸਿਆ ਕਿ ਜਿਹਦੇ ਕੋਲ ਸਰਮਾਇਆ ਬਹੁਤ ਜ਼ਿਆਦਾ ਨਹੀਂ, ਜੀ ਉਹ 2 ਲੈ ਲੇ ਜਾਂ 3 ਲੈ ਲੇ। ਹਾਂਜੀ ਬਿਲਕੁਲ, 1-2 ਸ਼ੁਰੂ। ਅਗਰ ਜਿਹਦੇ ਕੋਲ 2-3 ਜਿੰਨਾ ਵੀ ਸਰਮਾਇਆ ਨਹੀਂ ਘੱਟ ਹੈ, ਨਹੀਂ 1 ਲੈਣ ਜੋਗਾ ਸਰਮਾਇਆ, ਉਹ ਬਾਕੀ ਉਧਾਰ ਲੈ ਕੇ ਕੰਮ ਚੱਲ ਸਕਦਾ ਹੈ? ਉਧਾਰ ਲੈ ਕੇ ਚੱਲਦਾ ਵੇ, ਅਸਾਂ ਵੀ ਇਹ ਵਿੱਚ ਲੈ ਨੇ ਉਧਾਰ ਆ, ਇਹ ਨਹੀਂ ਆਂਦੇ ਨਗਰ ਲਈਆਂ ਨੇ, ਪਰ ਉਧਾਰ ਜਿਹੜਾ ਜੇ ਨਾ ਉਹ ਬਹੁਤ ਮਹਿੰਗਾ ਪੈ ਜਾਂਦਾ। ਉਹ ਸਮਝੋ ਵੀ ਅੱਧ ਤੋਂ ਟੱਪ ਜਾਂਦਾ, ਦੂਣ ਲਾ ਲੈਂਦੇ ਨੇ ਉਹ। ਯਾਨੀ ਕਿ ਤੁਸੀਂ ਮਸ਼ਵਰਾ ਦੇ ਰਹੇ ਹੋ ਕਿ ਉਧਾਰ ਨਾ ਲਈਆਂ ਜਾਣ? ਉਧਾਰ ਬਹੁਤ ਕਿਸ ਤਰ੍ਹਾਂ ਦੇ ਜਿਹਨੂੰ ਕਹਿੰਦੇ ਨੇ? ਹਾਂਜੀ, ਉਹ ਨਾਲ ਬਹੁਤ ਹੀ ਕੋਸ਼ਿਸ਼ ਕਰੋ ਲਈਆਂ ਹੀ ਨਾ ਜਾਣ। ਸਹੀ ਹੋ ਗਿਆ। ਜੇ ਚਾਰੇ ਬਨੇ ਨਹੀਂ ਤੇ ਫਿਰ 1-2 ਕਿਸ਼ਤਾਂ ਤੇ ਲੈ ਲਓ, ਪਰ ਕੋਸ਼ਿਸ਼ ਇਹ ਕਰੋ ਵੀ ਜੇ ਥੋੜੇ ਪੈਸੇ ਤੇ ਕਿਤੋਂ ਖੰਗੜੀ ਲੈ ਲਓ, ਕਿਤੋਂ ਮਾੜੀ ਉਹ ਹੌਲੀ ਵੇਖ ਕੇ ਲੈ ਲਓ, ਤੇ ਨਗਰ ਦੀ ਲਵੋ। ਤੇ ਉਧਾਰ ਬਣਾਈਆਂ ਨੇ ਹਾਂ ਵੀ, ਸਾਨੂੰ ਵੀ ਬੜੀ ਮਹਿੰਗੀ ਪਈ ਸੀ ਵਿੱਚ, ਤੇ ਫਿਰ ਹਾਂ ਛੱਡ ਦਿੱਤਾ। ਯਾਨੀ ਤੁਸੀਂ ਇੱਕ ਤਜਰਬਾ ਕਰਕੇ ਤੇ ਅੱਛਾ ਮਸ਼ਵਰਾ ਲੋਕਾਂ ਨੂੰ ਦੇ ਰਹੇ ਹੋ ਕਿ ਉਧਾਰ ਵਾਲੇ ਪਾਸੇ ਨਾ ਪਾਓ। ਬਿਲਕੁਲ। ਠੀਕ ਹੈ। ਤੇ ਤਿੰਨਾਂ ਤੁਸੀਂ ਮਾਸ਼ਾਅੱਲਾ 5 ਕੀਤੇ ਨੇ, ਤੇ ਕੋਈ ਹੋਰ ਵੀ ਕਰ ਸਕਦਾ ਹੈ ਮਿਹਨਤ ਕਰੇ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਸਹੀ ਹੋ ਗਿਆ। ਕਿੰਨੇ ਬੰਦੇ ਸੰਭਾਲ ਰਹੇ ਹੋ ਸਾਰੇ ਨੂੰ? ਇਹ ਜੀ ਅਸੀਂ 3 ਬੱਚੇ, 2 ਬੱਚੇ ਜੇ ਮੇਰੇ ਤੇ ਇੱਕ ਮੈਂ ਆਪੀਆਂ, 3 ਹੀ ਬੰਦੇ ਆ। ਸਹੀ ਹੈ। ਤੇ ਇਹਦੇ ਕੰਮ ਦੇ ਨਾਲ ਕੋਈ ਹੋਰ ਵੀ ਕੰਮ ਕਰ ਰਹੇ ਹੋ, ਜਿਵੇਂ ਕਿ ਤੁਸੀਂ ਕਾਰੀਗਰ ਹੋ? ਬਿਲਕੁਲ ਨਹੀਂ। ਅੱਛਾ, ਯਾਨੀ ਫੁੱਲ ਟਾਈਮ ਇਹੀ ਹੈ? ਹਾਂਜੀ ਫੁੱਲ ਟਾਈਮ ਹੈ ਭਾਈ। ਅਗਰ ਕੋਈ ਬੰਦਾ ਇਹਦੇ ਨਾਲ ਕੋਈ ਆਪਣੇ ਘਰ ਵਿੱਚ ਥੋੜਾ ਬਹੁਤ ਕੰਮ ਕਰਨਾ ਵੀ ਚਾਹੇ ਤਾਂ ਕਰ ਸਕਦਾ ਹੈ? ਬਿਲਕੁਲ ਕਰ ਸਕਦਾ, ਕਿਉਂਕਿ ਸਵੇਰ 2-4 ਘੰਟੇ ਜਾਂ ਸ਼ਾਮ ਨੂੰ 2-4 ਘੰਟੇ, ਬਾਕੀ ਉਹ ਟਾਈਮ ਕੱਢ ਕੇ। ਹਾਂਜੀ ਠੀਕ ਹੋ ਗਿਆ। ਬਿਲਕੁਲ ਕਰ ਸਕਦਾ। ਔਰ ਅਗਰ ਨਾ ਵੀ ਕਰੇ ਫਿਰ ਵੀ ਤੱਕ ਦਰਾ ਚੱਲਦਾ? ਫਿਰ ਵੀ ਗੁਜ਼ਾਰਾ ਚੱਲਦਾ। ਜ਼ਬਰਦਸਤ। ਠੀਕ ਹੋ ਗਿਆ। ਅੱਛਾ, ਜਗ੍ਹਾ ਤੁਹਾਡੇ ਕੋਲ ਕਿੰਨੀ ਹੈ ਮਾਸ਼ਾਅੱਲਾ ਜਿਹਦੇ ਤੁਸੀਂ ਡੰਗਰ ਰੱਖੇ ਨੇ? ਇਹ ਮੇਰੇ ਕੋਲ ਜੇ 1.5 ਕਿੱਲਾ। ਠੀਕ ਹੈ। ਇਹ ਓਪਨ ਜਿਹੜਾ ਤੁਸੀਂ ਦੱਸ ਰਹੇ ਹੋ? ਓਪਨ ਤੋਂ ਗਾਂ ਉਹ ਬਾਗਸੀ ਦਾ 1.5 ਕਿੱਲਾ ਓਪਨ। ਨਹੀਂ, ਇਹ ਜਿਹੜਾ ਤੁਸੀਂ ਜਿਹਦੇ ਵਿੱਚ ਤੁਹਾਨੂੰ ਸ਼ੈੱਡ ਬਣਾਇਆ ਆਪਣਾ ਸਾਰਾ ਜਿਹੜਾ ਕਵਰ ਕੀਤਾ, ਡੇਰਾ ਜਿਹੜਾ ਬਣਾਇਆ, ਇਹ ਕੋਈ 2 ਕਨਾਲਾਂ ਲਾ ਲਓ। 2 ਕਨਾਲ? ਹਾਂਜੀ 2 ਕਨਾਲ। ਠੀਕ ਹੈ। ਤੇ ਇਹ ਜਿਹੜੇ ਤੁਸੀਂ ਸ਼ੈੱਡ ਬਣਾਏ ਨੇ ਸਾਨੂੰ ਨਜ਼ਰ ਆ ਰਹੇ ਨੇ, ਬਾਲੇ ਸ਼ਾਲੇ ਪਾਏ ਨੇ, ਇਹ ਪੱਕੇ ਕਿਉਂ ਨਹੀਂ ਬਣਾਏ? ਇਹ ਨਹੀਂ, ਇਹ ਇਹੋ ਹੀ ਚੰਗੇ ਜੇ। ਅੱਛਾ, ਧੱਪ ਜਾਂਦੇ ਆ। ਅੱਛਾ, ਇਹਦੇ ਡੰਗਰ ਖੁਸ਼ ਰਹਿੰਦੇ ਨੇ, ਨਹੀਂ ਗਰਮ ਨਹੀਂ ਹੁੰਦੇ? ਹਾਂਜੀ, ਠੰਡੇ ਰਹਿੰਦੇ ਨੇ। ਤੇ ਇਹ ਚੋਂਦੇ ਵੀ ਨੇ ਬਾਅਦ ਚੋਂ, ਇਹਨਾਂ ਦਾ ਮਸਲਾ ਵੀ ਬਣ ਜਾਂਦਾ? ਇਹ ਜਦੋਂ ਦੇ ਬਣੇ ਨੇ ਇੱਕ ਵਾਰੀ ਨਹੀਂ ਚੋਇਆ। ਅੱਛਾ, 3 ਸਾਲ ਹੋ ਗਏ, 2 ਸਾਲ ਹੋ ਗਏ ਨੇ, ਇੱਕ ਵਾਰੀ ਨਹੀਂ ਜੇ ਚੋਇਆ 2 ਸਾਲਾਂ 'ਚ। ਜ਼ਬਰਦਸਤ। ਯਾਨੀ ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਉਹਦੇ ਅਗਰ ਕਟਾਈ ਕੀਤੀ ਜਾਏ ਤੇ ਫਿਰ ਸਹੀ ਹੋ ਗਿਆ। ਯਾਨੀ ਸਾਡੇ ਨਾਜ਼ਰੀਨ ਵਾਸਤੇ ਇੱਕ ਬੜੀ ਅਹਿਮ ਗੱਲ ਹੋ ਗਈ ਕਿ ਇਹ ਨਹੀਂ ਜਿਹੜਾ ਨਾ ਚੋ ਸਕਦਾ। ਇਹ ਮਿੱਟੀ ਉੱਤੇ ਪਾਈ ਹੈ, ਇਹ ਠੰਡੇ ਨੇ, ਇਹ ਨਾ ਵੀ ਪੱਖਾ ਲੱਗੇ ਤਾਂ ਵੀ ਮਾਲ ਜਿਹੜਾ ਬਿਹਤਰੀਨ ਬਹਿ ਸਕਦਾ ਹੈ। ਠੰਡੇ ਨੇ, ਜਿਹੜਾ ਉੱਤੇ ਲੈਂਟਰ ਪਾਣਾ ਉਹਨੇ ਸੇਕ ਨਾਲ ਤਪਣਾ, ਉਹ ਹੀਟ ਦੇਗਾ ਥੱਲੇ। ਸਹੀ ਹੋ ਗਿਆ। ਠੀਕ ਹੋ ਗਿਆ। ਠੀਕ ਹੋ ਗਿਆ। ਛੋਟੇ ਜਾਵਾਂ ਦਾ ਕੀ ਕਰਦੇ ਤੁਸੀਂ? ਵੇਚ ਛੱਡਦੇ ਹੋ ਜਾਂ ਉਹਨਾਂ ਨੂੰ ਪਾਲਦੇ ਹੋ? ਪਏ ਪਾਲੀ ਵਿੱਚ ਪਾਲੀ ਦੇ ਨੇ ਤੇ ਵੱਛੇ ਵਿੱਚੋਂ ਵੇਚ ਵੀ ਛੜੀ ਦੇ ਨੇ ਜਵਾਨ ਕਰਕੇ। ਜੇ ਕੋਈ ਮਸਲਨ ਕੱਟੀ ਨਸਲੀ ਨਾ ਹੋਏ ਉਹਨੂੰ ਵੇਚ ਛੜੀਦਾ, ਜੇ ਕੋਈ ਨਸਲੀ ਹੋਏ ਤਾਂ ਉਹਨੂੰ ਪਾਲ ਲਈਦਾ ਵਿੱਚ। ਸਹੀ ਹੈ। ਹਾਂਜੀ। ਅੱਛਾ, ਇਸ ਕੰਮ ਦੇ ਵਿੱਚ ਜਿਹੜਾ ਬੰਦੇ ਕਰਨਾ ਚਾਹੁੰਦੇ ਨੇ, ਤੁਸੀਂ ਤੇ ਮਾਸ਼ਾਅੱਲਾ ਨਵਾਂ ਕੰਮ ਸ਼ੁਰੂ ਕਰਕੇ ਤਜਰਬਾ ਕਰ ਚੁੱਕੇ ਹੋ, ਹਕੀਕਤ ਗੱਲ ਦੱਸੀ ਤੇ ਇਹਦੇ ਵਿੱਚ ਨੁਕਸਾਨ ਦੇ ਵੀ ਚਾਂਸਸ ਹੈ ਨੇ? ਜੀ ਬਿਲਕੁਲ। ਉਹ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਤੁਹਾਡੀ ਨਜ਼ਰ 'ਚ, ਔਰ ਉਹਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ? ਨੁਕਸਾਨ ਦਾ ਇਹੋ ਹੀ ਮੈਂ ਅੱਗੇ ਦੱਸਿਆ ਨਾ ਵੀ ਇੱਕ ਬੰਦਾ ਨਵਾਂ ਵੇ, ਉਹਨੇ ਪਾਉਂ ਦੀ ਛਾਲ ਕੱਢ ਮਾਰੇ, ਮੇਰੇ ਕੋਲ ਆਈਏ, ਮੈਂ 2 ਮਈਆਂ ਧਾਰ ਨੂੰ ਦੇਣਾ, ਉਹਦੇ ਕੋਲ ਤੁਰ ਜੇ, ਉਹ ਆਖੇ ਕਿਹੜੇ ਦੇਣੇ ਨੇ, ਲੈਣੇ ਨਹੀਂ ਨਾ, ਉਹ ਲੈ ਕੇ ਤੇ ਧਰੀ ਜਾਏ ਤੇ ਬਾਅਦ 'ਚ ਨੁਕਸਾਨ ਹੀ ਉਹਨੇ ਉਹ ਨਾ ਦੇ ਸਕਣੇ ਨੇ। ਮੁੜ ਕੇ ਉਹ ਮਈਆਂ ਦੇ ਕੇ ਵੀ ਨਹੀਂ ਉਹਦੇ ਪੂਰੇ ਹੋਣੇ, ਜਿਹੜੀਆਂ ਲੈ ਜਾਣੀਆਂ ਨਾ ਉਹ ਦੇ ਕੇ ਵੀ ਉਹਦੇ ਪੂਰੇ ਨਹੀਂ ਹੋਣੇ, ਫਿਰ ਉਹਦਾ ਕੋਈ ਘਾਟਾ ਆਏ, ਫਿਰ ਇਕੱਲੇ ਕਿੱਥੋਂ ਪਾ ਕੇ ਦੇਗਾ? ਤੇ ਜੇ ਉਹ ਹਿਸਾਬ ਨਾਲ ਤੁਰੇਗਾ ਇਸ ਤਰ੍ਹਾਂ ਵੀ ਮਸਲਾ ਉਹ ਨਾ ਕਰੇ ਕੰਮ ਵਿੱਚ, ਜਿੰਨਾ ਕੋਲ ਇੱਕ, ਜੇ ਮੈਂ ਇੱਕ ਜੋਗਾ ਵਾਂ ਤੇ ਮੈਂ ਇੱਕ ਹੀ ਲਿਆ ਕੇ ਬੰਨ ਲਾ, ਉਹਨੂੰ ਕੋਈ 2-3 ਮਹੀਨੇ ਚੁੰਗਾ। ਜੇ ਕੋਈ 4 ਰੁਪਏ ਬਚੇ ਨੇ, ਅੱਧੇ ਕਿਸੇ ਨੂੰ ਦਈਏ, ਜੇ ਧਾਰ ਹੀ ਜ਼ਰੂਰ ਲੈਣੀ ਅੱਧੇ ਕਿਸੇ ਨੂੰ ਦਿਓ, ਫਿਰ ਇੱਕ ਲੈ ਆਵੋ। ਇਸ ਤਰ੍ਹਾਂ ਵੱਧ ਜਾਂਦੀ। ਤੇ ਇਹਦੇ 'ਚ ਨੁਕਸਾਨ ਵਾਲਾ ਇਹ ਹੈ ਵੀ ਜੇ ਉਹਨੇ ਸਾਰੀਆਂ ਹੀ ਧਾਰ ਕਰਕੇ ਬੰਨ ਲੈਣੀਆਂ, ਕਿਹੜਾ ਮੈਂ ਦੇਣੇ ਨੇ, ਤੇ ਫਿਰ ਉਹ ਮਹੀਨਾ ਚੁੰਗ ਲਏਗਾ, ਬਾਅਦ 'ਚ ਉਹਦੇ ਪੂਰੇ ਵੀ ਨਹੀਂ ਹੋਣੇ ਜਿੰਨੇ ਦੀਆਂ ਆਉਂਦੀਆਂ ਨੇ, ਉਹਦੇ ਤਾਂ ਨੁਕਸਾਨ ਹੀ ਹੈ ਨਾ। ਸਹੀ ਹੈ। ਐਸਾ ਨਾ ਅਗਰ ਨਾ ਕਰੇ ਫਿਰ ਨੁਕਸਾਨ ਨਹੀਂ? ਫੇਰ ਨਹੀਂ। ਅਗਰ ਮੁੱਲ ਲਿਆਏ ਔਰ ਇਹਨਾਂ ਤੇ ਮਿਹਨਤ ਕਰੇ ਤੇ ਫਿਰ ਤਾਂ ਘਾਟਾ ਕੋਈ ਨਹੀਂ ਜੀ, ਫਿਰ ਤਾਂ ਅੱਲਾ ਦੇ ਪਾਕ ਦੇ ਹੁਕਮ ਨਾਲ ਬਿਲਕੁਲ ਇਹਦੇ 'ਚ ਬੜਾ ਫਾਇਦਾ ਹੋਵੇ। ਸਹੀ ਹੈ। ਤੇ ਦੁੱਧ ਤੁਸੀਂ ਇੱਥੇ ਦੋਧੀ ਨੂੰ ਦਿੰਦੇ ਹੋ ਜਾਂ ਪਿੰਡਾਂ 'ਚ? ਨਹੀਂ ਜੀ, ਮੈਂ ਦੋਧੀ ਨੂੰ ਦੇਣਾ, ਡੇਰੇ ਤੋਂ 2 ਟਾਈਮ ਆ ਕੇ ਦੁੱਧ ਚੁੱਕਦਾ। ਠੀਕ ਹੈ। ਹਾਂਜੀ। ਜੀ, ਤੁਹਾਨੂੰ ਦੁੱਧ ਦੀ ਕਦੀ ਟੈਨਸ਼ਨ ਤਾਂ ਨਹੀਂ ਹੋਈ ਕਦੇ? ਕੋਈ ਬੱਦਲ ਹੋਏ, ਬਾਰਿਸ਼ ਜੋ ਵੀ ਹੋਏ, ਤੂਫਾਨ ਆਇਆ ਹੋਏ, ਮੇਰਾ ਦੁੱਧ ਜਾਣਾ ਵੇ, ਉਹਨੇ ਦੁੱਧ ਨਹੀਂ ਛੱਡ ਕੇ ਜਾਣਾ ਇੱਕ ਟਾਈਮ ਦਾ ਵੀ। ਆਪਣੀ ਮਰਜ਼ੀ ਨਾਲ ਮੈਂ ਛੁੱਟੀ ਕਰਾ ਲਾਂ ਵੀ ਭਾਈ ਅੱਜ ਨਹੀਂ ਮੈਂ ਭੇਜਣਾ, 11ਵੀਂ ਦੇ ਆਹੀ ਖਤਮ ਦਵਾਉਂਦੇ ਆ, 11ਵੀਂ ਵਾਲੇ ਦਿਨ ਮੈਂ ਦੁੱਧ ਨਹੀਂ ਕਦੇ ਦਿੱਤਾ। ਸਹੀ ਹੈ ਜੀ, ਹਰ 11ਵੀਂ ਤੇ ਮੈਂ ਖਤਮ ਦਵਾਉਣਾ ਹੁੰਦਾ। 11ਵੀਂ ਵਾਲੇ ਦਿਨ ਉਹਨੂੰ ਪਹਿਲਾਂ ਹੀ ਪਤਾ ਜਿੱਦਣ ਚਾਨੋ 11ਵੀਂ ਹੋਏ ਮੈਂ ਉਹਨਾਂ ਨੂੰ ਦੁੱਧ ਨਹੀਂ ਲੈਣਾ। ਯਾਨੀ ਤੁਸੀਂ ਮਤਲਬ ਦੁੱਧ ਦਾ ਮਸਲਾ ਨਹੀਂ ਹੋ ਸਕਦਾ? ਨਹੀਂ ਜੀ, ਦੁੱਧ ਦਾ ਕੋਈ ਮਸਲਾ ਨਹੀਂ। ਹੁਣ ਅਸੀਂ ਆਨੇ ਆ ਕਿ ਬਿਮਾਰੀਆਂ ਵੱਲ ਆਨੇ ਆ ਜੀ। ਬਿਮਾਰੀਆਂ ਜਿਹੜੀਆਂ ਨੇ ਇਹਨਾਂ ਜਾਨਵਰਾਂ ਨੂੰ 3 ਸਾਲਾਂ 'ਚ ਤੁਸੀਂ ਕੀ ਵੇਖਿਆ, ਕਿਹੜੀ ਬਿਮਾਰੀ ਲੱਗਦੀ ਹੈ ਇਹਨਾਂ 3 ਸਾਲਾਂ 'ਚ? ਵੇਖਿਆ ਜੇ ਜਨਾਬ, ਪਿਛਾਂ ਜੀ ਪਰਾਲੀ ਪਾਈ ਸੀ ਤੇ ਡੰਗਰਾਂ ਨੂੰ ਕੋੜ ਹੋਣਾ ਸ਼ੁਰੂ ਹੋਇਆ ਹੈ। ਅੱਛਾ, ਅਲਹਮਦੁਲਿਲਾ। ਕੋੜ ਤੋਂ ਕੀ ਮੁਰਾਦ ਲੈਂਦੇ ਹੋ? ਕੋੜ ਤੋਂ ਇਹ ਪੈਰਾਂ ਤੋਂ ਮਾਸਲਾ ਹੀ ਹੈਗਾ, ਪੂਛ ਡੁੰਡੀ ਹੋ ਜਾਏਗੀ, ਮਾਸ ਲੱਤਾਂ ਤੋਂ ਲੰਗੇ ਹੋ ਜਾਂਦੇ, ਉਹਨੂੰ ਕੋੜ ਕਹਿੰਦੇ ਆ? ਉਹਨੂੰ ਕੋੜ ਕਹਿੰਦੇ ਆ। ਉਹ ਪਰਾਲੀ ਦੀ ਵਜ੍ਹਾ ਤੋਂ ਲੱਗਦੀ ਹੈ। ਪਰਾਲੀ ਜਿਹੜੀ ਉਹ ਜਿਹਨੂੰ ਲੱਗਾ ਹੁੰਦਾ ਹੈ, ਉੱਲੀ ਲੱਗੀ ਹੁੰਦੀ, ਉਸ ਪਰਾਲੀ ਦੀ ਵਜ੍ਹਾ? ਹਾਂਜੀ, ਆ ਕੁੱਟਲ ਪਾਉਂਦੇ ਆ, ਭੜੋਲੇ ਦੀ ਵੱਡੇ ਕੁੱਟਲ ਪਾਉਂਦੇ ਆ, ਉਹ ਉਹਨਾਂ ਨੂੰ ਆਉਂਦੇ ਆ, ਉਹ ਪਾਏ ਨੇ ਇੱਥੇ ਇੱਕ ਬੰਦੇ ਨੇ ਸਾਡੇ ਨੇ ਪਾਏ ਨੇ, ਤੇ ਪਰ ਉਹਦੇ ਬੜੇ ਡੰਗਰ ਨੁਕਸਾਨ ਹੋਏ ਨੇ। ਅੱਛਾ। ਅਲਹਮਦੁਲਿਲਾ ਅਸੀਂ ਤੇ ਕੋਸ਼ਿਸ਼ ਕੀਤੀ, ਹੁਣ ਜੇ ਏਡਾ ਵੀ ਨਹੀਂ, ਜੇ ਸਾਨੂੰ ਥੋੜੀ ਕਿਤੇ ਮੈਂ ਡੰਗਰਾਂ ਦੇ ਨੇੜੇ ਨਹੀਂ ਪਰਾਲੀ ਆਉਂਦੇ। ਸਹੀ ਹੋ ਗਿਆ। ਹਾਂਜੀ, ਮੈਂ ਤੂੜੀ ਮਹਿੰਗੀ ਲੈ ਕੇ ਪਾ ਲੈਂਦਾ। ਠੀਕ ਹੈ।
ਹਰਾ ਮਹਿੰਗਾ ਲੈ ਕੇ ਪਾ ਲੈਣਾ, ਸਹੀ ਹੈ ਪਰ ਮੈਂ ਪਰਾਲੀ ਨਹੀਂ ਨੇੜੇ ਆਉਣ ਦਿੱਤੀ। ਸਹੀ ਹੈ ਉਹ ਇੱਕ ਉਹ ਬਿਮਾਰੀ ਲੱਗਦੀ ਹੈ, ਫਿਰ ਬੁਖਾਰ ਤੇ ਆਮ ਹੀ ਹੋ ਜਾਂਦਾ ਹੋਵੇ ਤੇ ਤੁਹਾਨੂੰ ਪਤਾ ਵੀ ਆਮ ਹੀ ਕਿਤੇ ਹੋ ਹੀ ਜਾਂਦਾ। ਜੀ ਜੀ ਫਿਰ ਡੰਗਰ ਨੂੰ ਸੂਣ ਲੱਗਿਆ ਵੀ ਉਹਨੂੰ ਧਿਆਨ ਰੱਖਣਾ ਪੈਂਦਾ, ਕਿਤੇ ਸੂਦਕ ਵੀ ਹੋ ਜਾਂਦਾ, ਸਾਰੀ ਝੋੜੋ ਤਾਂ ਵੀ ਮੈਨੂੰ ਸੂਦਕ ਹੋ ਜਾਂਦਾ। ਸਹੀ ਹੈ ਉਹ ਹਿਸਾਬ ਨਾਲ ਚੋਣੀ ਪੈਂਦੀ ਹੈ। ਉਹਦੇ ਥਣਾ 'ਚ ਕਮ ਸੋ ਕਮ 5 ਦਿਨ ਉਹਦੇ ਥਣਾ 'ਚ ਧਾਰਾਂ ਰਹਿਣੀਆਂ ਚਾਹੀਦੀਆਂ, ਚੌਹਾਂ 'ਚ। ਅੱਛਾ ਜੀ ਮਗਰੋਂ ਉਹਦਾ ਜਾ ਨਹੀਂ ਛੱਡਣਾ, ਪਹਿਲਾਂ ਚੰਗਾ ਲੈਣਾ ਜਿੰਨਾ ਚੰਗਾਣਾ, ਤੇ ਮਗਰੋਂ ਉਹਦੇ ਥਣਾ ਦੇ ਵਿੱਚ ਧਾਰਾਂ 5-5 6-6 ਧਾਰਾਂ ਰਹਿਣੀਆਂ ਚਾਹੀਦੀਆਂ 5 ਦਿਨ। ਉਹਦੇ 'ਚ ਕੋਈ ਨੁਕਸਾਨ ਇਹ ਜਦੋਂ ਧਾਰ ਕੱਢਣ ਵਾਲਾ ਉਹਨੂੰ ਪਤਾ ਚੱਲੇ ਕਿ ਹਲੇ 5-6 ਧਾਰਾਂ ਐ ਨੇ। ਜੀ ਮਤਲਬ ਪਤਾ ਲੱਗੇ ਫਿਰ ਥਾਣਾ ਦੇ ਵਿੱਚ ਇਹ ਹੈ ਨੇ, ਬਣਾ ਕੇ ਨਹੀਂ ਵੱਟ ਪੇ ਥਾਣਾ ਨੂੰ, ਬਣਾ ਕੇ ਚੋਵੋਗੇ ਤੇ ਵੱਟ ਪੈ ਜਾਂਦੇ ਥਾਣਾ ਨੂੰ। ਸਹੀ ਹੈ ਉਹ ਪਤਾ ਲੱਗੇਗਾ ਫਿਰ ਧਾਰਾਂ ਹੈ ਨੇ ਜੀ। ਸਹੀ ਹੈ ਇਹਦੇ 'ਚ ਉਹਨੂੰ ਇਨਸ਼ਾਅੱਲਾ ਸੂਦਕ ਨਹੀਂ ਹੋਏਗਾ। ਅੱਛਾ ਸੂਦਕ ਨੂੰ ਜ਼ਰਾ ਕਲੀਅਰ ਕਰਿਓ, ਸੂਦਕ ਤੋਂ ਕੀ ਮੁਰਾਦ ਲੈਂਦੇ ਹੋ? ਸੂਦਕ ਕੀ ਹੁੰਦਾ ਹੈ ਔਰ ਉਹਦੇ 'ਚ ਕੀ ਮਸਲਾ ਬਣਦਾ ਹੈ ਜਾਨਵਰ ਨੂੰ? ਉਹਦੇ ਵਿੱਚ ਜਾਨਵਰ ਨੂੰ ਇਹ ਮਸਲਾ ਬਣਦਾ ਜਨਾਬ, ਉਹ ਜਾਨਵਰ ਪੱਠੇ ਖਾਣਾ ਛੱਡ ਦੇਗਾ। ਅੱਛਾ ਦੁੱਧ ਬਿਲਕੁਲ ਸੁਕਾਈਏਗਾ। ਅੱਛਾ ਬੇਗਾ ਤਾਂ ਉੱਠੇਗਾ ਨਾ। ਠੀਕ ਫਿਰ ਹੈ ਹੁਣ ਬੋਤਲ ਸ਼ੋਤਲ ਲਵਾਈ ਦੀ ਹੈ। ਸਹੀ ਹੈ ਫਿਰ ਅੱਲਾਹ ਪਾਕ ਵੱਲੋਂ ਜੇ ਉਹਦੇ ਦਿਨ ਵਧੇ ਤੇ ਠੀਕ ਹੋ ਜਾਏਗੀ, ਜੇ ਘਟੇ ਨੇ ਤੇ ਉਹ ਅੱਲਾਹ ਨੂੰ ਸਪੁਰਦ ਹੋ ਜਾਏਗੀ। ਤੇ ਜੇ ਮਾਲਕ ਦੇ ਵੀ ਦਿਨ ਵਧੇ ਹੁੰਦੇ ਤੇ ਠੀਕ ਹੋ ਜਾਏਗੀ। ਬਹੁਤ ਚਾਂਸ ਘੱਟ ਹੁੰਦੇ ਨੇ ਸੂਦਕ ਦੇ ਵਿੱਚ ਡੰਗਰ ਨੂੰ ਆਪਣੇ ਪੈਰਾਂ ਤੇ ਖਲੋਣਾ। ਯਾਨੀ ਸੂਦਕ ਜਦੋਂ ਡੰਗਰ ਨੂੰ ਹੋ ਜਾਂਦਾ ਹੈ ਤੇ ਉਹ ਜ਼ਿਆਦਾ ਚਾਂਸਸ ਨੇ ਤੇ ਮਰਨ ਦੇ। ਜੀ ਮਰਨ ਦੇ ਵੀ ਤੇ 2 ਸ਼ਾਟ ਵੀ ਸਕਾਨ ਦੇ ਬਹੁਤ ਠੀਕ ਹੋ ਗਿਆ। ਤੇ ਸੂਦਕ ਤੋਂ ਬਚਾਉਣ ਲਈ ਅਸੀਂ ਫਿਰ ਕੀ ਕਰੀਏ ਕਿ ਥਾਣੇ ਦੇ ਵਿੱਚ ਦੁੱਧ ਲਾਜ਼ਮੀ ਰੱਖਣਾ ਚਾਹੀਦਾ 1 ਹਫ਼ਤਾ? ਹਾਂ 5 ਦਿਨ 4-5 ਦਿਨ ਲਾਜ਼ਮੀ, ਹਫ਼ਤਾ ਹੀ ਲਾ ਲਓ ਜੀ। ਉਹਦੇ ਚ 2-3-5 ਧਾਰਾ ਨਾ ਵੀ ਮਾਰੋ ਤਾਂ ਕੋਈ ਫਰਕ ਨਹੀਂ ਤੇ ਪੈਂਦਾ। ਫਿਰ ਅਗਰ ਦੁੱਧ ਵਿੱਚ ਰਹੇਗਾ ਤਾਂ ਸਾਰੇ ਥਾਣਾ 'ਚ ਹਰ ਵਾਰੀ ਤੇ ਫਿਰ ਸੂਦਕ ਨਹੀਂ ਹੋਏਗਾ? ਨਹੀਂ ਹੋਏਗਾ ਇਨਸ਼ਾਅੱਲਾ ਅੱਲਾਹ ਦਾ। ਜ਼ਬਰਦਸਤ ਜ਼ਬਰਦਸਤ। ਸ਼ਾਹ ਸਾਹਿਬ ਤੁਸੀਂ ਬਹੁਤ ਹੀ ਅਹਿਮ ਔਰ ਕੀਮਤੀ ਗੱਲਾਂ ਦੱਸੀਆਂ ਨੇ, ਸੂਦਕ ਦੇ ਬਾਰੇ ਸਾਨੂੰ ਕਲੀਅਰ ਕੀਤਾ ਹੈ। ਕੋਈ ਐਸੀ ਗੱਲ ਜਿਹੜੀ ਤੁਸੀਂ ਅਸੀਂ ਤੁਹਾਨੂੰ ਨਹੀਂ ਪੁੱਛ ਸਕੇ, ਤੁਸੀਂ ਆਪਣੇ ਤੌਰ ਤੇ ਸਦਕਾ ਜਾਰੀਆ ਉਹ ਗੱਲ ਜਿਹੜੀ ਗੁਰ ਦੇ ਤੌਰ ਤੇ ਤੁਸੀਂ ਕਿਸੇ ਨੂੰ ਮਸ਼ਵਰੇ ਦੇ ਤੌਰ ਤੇ ਦੱਸਣਾ ਚਾਹੋ, ਉਹ ਦੱਸੋ ਜ਼ਰਾ ਸਾਨੂੰ। ਮਸ਼ਵਰੇ ਤੌਰ ਇਹ ਹੀ ਹੈ ਭਈ ਇਸ ਕੰਮ ਦੇ ਵਿੱਚ ਬਹੁਤ ਕੋਈ ਘਾਟਾ ਨਹੀਂ ਇਨਸ਼ਾਅੱਲਾ, ਅੱਲਾਹ ਪਾਕ ਜ਼ਿੰਦਗੀ ਰੱਖੇ ਮਾਲ ਦੀ ਤੇ ਇਹਦੇ ਵਿੱਚ ਕੋਈ ਘਾਟਾ ਨਹੀਂ। ਠੀਕ ਹੈ ਹਾਂ ਇਹ ਬਿਹਤਰੀਨ ਕੰਮ ਹੈ, ਕਾਰੋਬਾਰ ਹੈ, ਜੇ ਕੋਈ ਉਸੂਲ ਨਾਲ ਚੱਲੇ ਤੇ। ਸਹੀ ਹੈ। ਜੇ ਉਹ ਆਖੇ ਭਈ ਮੈਂ ਅਸੂਲ ਤੋਂ ਲਾਦਾ ਹੋ ਜਾਂ ਤੇ ਫਿਰ ਇਹਦੇ ਚ ਘਾਟਾ ਵੀ ਬਹੁਤ ਹੈ। ਜ਼ਬਰਦਸਤ। ਯਾਨੀ ਕਿ ਇਹ ਉਹ ਕੰਮ ਹੈ ਕਿ ਪਹਿਲੇ ਦਿਨ ਤੋਂ ਤੁਹਾਨੂੰ ਇਨਕਮ ਆਣੀ ਸ਼ੁਰੂ ਹੋਈ ਹੈਗੀ। ਹਾਂ ਬਿਲਕੁਲ। ਲੇਕਿਨ ਇਹਨੂੰ ਕਰਨਾ ਤੁਸੀਂ ਬੜੇ ਅਸੂਲ ਔਰ ਜ਼ਵਾਬਤ ਦੇ ਨਾਲ। ਜੀ 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 ਬਹੁਤ ਸ਼ੁਕਰੀਆ ਜੀ ਸ਼ਾਹ ਸਾਹਿਬ। ਅਸਲਾਮ ਅਲੈਕੁਮ, ਜਜ਼ਾਕ ਅੱਲਾਹ। ਵਾਲੇਕੁਮ।